ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਪ੍ਰੋਗਰਾਮ ਸਾਡਾ ਖਬਰਾਂ ਟੌਪ ਦੀਆਂ ਚੱਲ ਰਿਹਾ ਤੇ ਮੇਰੇ ਨਾਲ ਉੱਗੇ ਸਿਆਸੀ ਮਾਹਰ ਭੋਗਲ ਜੀ ਮੌਜੂਦ ਨੇ। ਭੋਗਲ ਸਾਹਿਬ, ਜੇ ਆਪਾਂ ਇਸ ਸਾਰੇ ਘਟਨਾਕ੍ਰਮ ਦੇ ਜਦੋਂ ਪੰਜਾਬ ਦੀ ਸਿਆਸਤ ਦੀ ਗੱਲ ਚੱਲਦੀ ਹੈ, ਕਾਂਗਰਸ, ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ, ਹੋਰ ਜਿੰਨੇ ਧੜੇ ਨੇ, ਅਕਾਲੀ ਦਲ ਨੂੰ ਕਿੱਦਾਂ ਦੇਖਦੇ ਹੋ? ਅਕਾਲੀ ਦਲ ਦੀ ਰਾਜਨੀਤੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸਮੇਂ ਕਿੱਦਾਂ ਦੀ ਚੱਲ ਰਹੀ ਹੈ? ਸੁਖਬੀਰ ਬਾਦਲ ਅਗਲੇ ਸਮੇਂ ਦੇ ਵਿੱਚ ਕੋਈ ਸਫਲ ਹੋਣਗੇ? ਉਹ ਤਾਂ ਹਰ ਥਾਂ ਤੇ, ਹਰ ਸਟੇਜ ਤੇ ਇਹ ਗੱਲ ਕਹਿੰਦੇ ਨੇ ਕਿ ਜਦੋਂ ਸਾਡੀ ਸਰਕਾਰ ਬਣੀ, ਜਦੋਂ ਲੋਕਾਂ ਜਾਂਦੇ ਨੇ ਇਹੀ ਗੱਲ ਕਹਿੰਦੇ ਨੇ, ਜਦੋਂ ਸਾਡੀ ਸਰਕਾਰ ਬਣੀ ਤੇ ਅਸੀਂ ਸੱਤਾ ਵਿੱਚ ਆ ਕੇ ਅਸੀਂ ਆਹ ਤਬਦੀਲੀ ਕਰ ਦਿਆਂਗੇ। ਅਸੀਂ ਉਹ ਪਹਿਲਾਂ ਵੀ ਉਹ ਗੱਲਾਂ ਕਹਿੰਦੇ ਹੁੰਦੇ ਸੀ ਕਿ ਅਸੀਂ 25 ਸਾਲ ਰਾਜ ਕਰ ਲਾਂਗੇ, ਪਰ ਢੀਂਡਸਾ ਧੜਾ ਜਦੋਂ ਤੋਂ ਸੱਤਾ ਦੇ ਵਿੱਚ ਆਇਆ, ਪੰਜਾਬ ਦੀ ਸਿਆਸਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਵਿਚਰ ਰਹੇ ਨੇ, ਜਿਸ ਤਰੀਕੇ ਨਾਲ ਲਗਾਤਾਰ ਅਕਾਲੀ ਦਲ ਨੂੰ ਜਿਹੜਾ ਉਹ ਬੈਕਫੁੱਟ ਤੇ ਲੈ ਕੇ ਜਾਇਆ ਜਾ ਰਿਹਾ, ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ? ਇਹਦੇ ਵਿੱਚ ਬੀਜੇਪੀ ਦਾ ਕਿਸ ਤਰ੍ਹਾਂ ਦਾ ਰੋਲ ਦੇਖਦੇ ਹੋ? ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਢੀਂਡਸਾ ਨੂੰ ਬੀਜੇਪੀ ਦੀ ਹਮਾਇਤ ਹੈ, ਪਰ ਸੁਖਬੀਰ ਬਾਦਲ, ਤੁਹਾਨੂੰ ਪਤਾ ਹੀ ਹੈ, ਜਦ ਤੱਕ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਨੇ ਅਕਾਲੀ ਦਲ ਦੇ, ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਗੇਮ ਅੰਦਰੋਂ ਚੱਲਦੀ ਹੈ। ਤੁਸੀਂ ਸਵਾਲ ਦੇ ਸ਼ੁਰੂ 'ਚ ਹੀ ਸੁਖਬੀਰ ਬਾਦਲ ਦੇ ਰਾਜਨੀਤਿਕ ਭਵਿੱਖ ਬਾਰੇ ਗੱਲ ਕੀਤੀ। ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਇਹਦਾ ਜਵਾਬ ਦਿਆਂ ਕਿ ਇਹਨੂੰ ਹੱਸ ਕੇ ਟਾਲ ਦਿਆਂ। ਅਕਾਲੀ ਦਲ ਦੀ ਰਾਜਨੀਤੀ ਕਿੱਥੇ ਹੈ? ਪਿਛਲੇ 3 ਸਾਲ 'ਚ ਅਕਾਲੀ ਦਲ ਕਿੱਥੇ ਨਜ਼ਰ ਆਇਆ ਰਾਜਨੀਤਿਕ ਤੌਰ 'ਤੇ? ਬਸ ਇਹ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਸੁਖਬੀਰ ਜਾਂ ਮਜੀਠੀਆ ਨੇ ਕੋਈ ਨਾ ਕੋਈ ਕਦੇ ਨਾ ਕਿਤੇ ਗਾਰਡਡ ਸਟੇਟਮੈਂਟ ਦੇ ਦਿੱਤੀ ਹੋਊਗੀ। ਜਿਸ ਤਰ੍ਹਾਂ ਆਪਾਂ ਹੁਣੇ ਸ਼ਰਾਬ ਕਾਂਡ ਦਾ ਗੱਲ ਕੀਤੀ, ਸ਼ਰਾਬ ਕਾਂਡ ਉਸ ਏਰੀਏ 'ਚ ਹੋਇਆ ਜਿੱਥੇ ਬਿਕਰਮਜੀਤ ਸਿੰਘ ਮਜੀਠੀਆ ਦਾ ਜਿਹੜਾ ਇਲਾਕਾ ਹੈ, ਕਿੰਨਾ ਕੁ ਉਹਨਾਂ ਨੇ ਉਹਦੇ 'ਤੇ ਕੀਤਾ, ਕੀ ਕੁਛ ਕੀਤਾ, ਕੀ ਬੋਲਿਆ, ਸਾਰਿਆਂ ਨੂੰ ਪਤਾ ਹੈ। ਇੱਥੇ ਆਪਾਂ ਨੂੰ ਉਹਦੀ ਗੱਲ ਕਰਨ ਦੀ ਲੋੜ ਨਹੀਂ ਹੈ। ਇੱਕ ਆਪੋਜੀਸ਼ਨ ਦਾ ਰੋਲ ਜੋ ਆਮ ਆਦਮੀ ਪਾਰਟੀ ਪਲੇ ਕਰ ਸਕਦੀ ਸੀ ਵਿਦ 20 MLAs ਔਰ ਆਪਣੀ ਜਿਹੜੀ ਹੈ ਇੱਕ ਜੜ ਬਣਾ ਸਕਦੀ ਸੀ ਰਾਜਨੀਤਿਕ ਤੌਰ 'ਤੇ, ਉਹਨਾਂ ਨੇ ਵੀ ਆਪਣਾ ਰੋਲ ਜਿਹੜਾ ਹੈ ਪਲੇ ਨਹੀਂ ਕੀਤਾ। ਸੋ ਮੈਨੂੰ ਤਾਂ ਕੋਈ ਜਿਹੜਾ ਹੈ ਅਕਾਲੀ ਦਲ ਦਾ ਇਸ ਤਰ੍ਹਾਂ ਦਾ ਭਵਿੱਖ ਨਜ਼ਰ ਨਹੀਂ ਆਉਂਦਾ। ਸੁਖਬੀਰ ਕੇ ਜਿਹੜਾ ਅਸੀਂ ਇਹ ਕਹਿ ਸਕੀਏ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਇਕੱਲੇ ਤੌਰ ਦੇ ਉੱਤੇ ਜਿਹੜੀ ਹੈ ਸਰਕਾਰ ਬਣਾ ਲੈਣਗੇ, ਕਿਉਂਕਿ ਉਹਨਾਂ ਦੀ ਰਾਜਨੀਤਿਕ ਕਾਰਗੁਜ਼ਾਰੀ ਔਰ ਉਹਨਾਂ ਦੀ ਲੀਡਰਸ਼ਿਪ ਐਜ਼ ਇਟ ਇਜ਼ ਜਿਹਨੂੰ ਅਸੀਂ ਗੱਲ ਕਰੀਏ, ਲੋਕਾਂ ਦੇ ਵਿੱਚ ਉਸ ਦਾ ਕੋਈ ਬਹੁਤ ਵਧੀਆ ਅਕਸ ਨਹੀਂ ਹੈ। ਲੋਕ ਪੰਜਾਬ ਦੇ ਜਦੋਂ ਵੀ ਕਿਸੇ ਵੀ ਇਸ ਵੇਲੇ ਮੌਜੂਦਾ ਜਦੋਂ ਉਹਨਾਂ ਨਾਲ ਗੱਲ ਕਰੀਏ ਤਾਂ ਉਹਨਾਂ ਦਾ ਜਿਹੜੀ ਸਵਾਲ ਹੈ ਜਾਂ ਉਹਨਾਂ ਦੀਆਂ ਅੱਖਾਂ 'ਚ ਜਿਹੜੀ ਸਵਾਲੀਆ ਚਿੰਨ੍ਹ ਹੁੰਦਾ, ਉਹ ਇਹ ਹੁੰਦਾ ਕਿ ਪੰਜਾਬ 'ਚ ਕੌਣ ਲੀਡਰ ਬਚਿਆ, ਕਿਹੜਾ ਲੀਡਰ ਬਚਿਆ ਜਿਹੜਾ ਪੰਜਾਬ ਨੂੰ ਸਾਂਭ ਲਊਗਾ। ਕਿਉਂਕਿ ਪੰਜਾਬ ਸਿਰਫ ਜਿਹੜਾ 2022 ਦਾ ਇਲੈਕਸ਼ਨ ਹੀ ਨਹੀਂ ਹੈਗਾ, ਪੰਜਾਬ ਦੀ ਜਿਹੜੀ ਇਕੋਨਮੀ ਹੈ, ਪੰਜਾਬ ਦੀ ਜਿਹੜੀ ਸੋਸ਼ਲ ਇਸ਼ੂਜ਼ ਨੇ, ਇਕਨੋਮਿਕ ਇਸ਼ੂਜ਼ ਨੇ, ਐਗਰੀਕਲਚਰ ਦੇ ਨਾਲ ਰਿਲੇਟਡ ਇਸ਼ੂਜ਼ ਨੇ, ਇੰਨੇ ਕੁ ਜ਼ਿਆਦਾ ਸੰਜੀਦਾ ਹੋ ਗਏ ਨੇ ਕਿ ਲੋਕ ਮਹਿਸੂਸ ਕਰਦੇ ਆ ਕਿ ਜੇ ਹੁਣ ਵੀ ਕਿਸੇ ਨੇ ਕੁਛ ਸਹੀ ਨਾ ਕੀਤਾ ਤਾਂ ਸਿਚੁਏਸ਼ਨ ਜਿਹੜੀ ਹੈ ਉਹ ਹੱਥੋਂ ਬਾਹਰ ਹੋ ਜਾਏਗੀ। ਸੋ ਇਸ ਕਰਕੇ ਤੁਸੀਂ ਇੱਕ ਸਵਾਲ ਕੀਤਾ ਕਿ ਇਹਦੇ ਵਿੱਚ ਬੀਜੇਪੀ ਦਾ ਕੀ ਰੋਲ ਹੈ। ਦੇਖੋ, ਬੀਜੇਪੀ ਔਰ ਉਹਦੇ ਜਿਹੜਾ ਸੰਘ ਪਰਿਵਾਰ ਦੇ ਜਿਹੜੇ ਉਹਦੇ ਬਾਕੀ ਕੰਪੋਨੈਂਟਸ ਨੇ, ਉਹ ਇਸ ਵੇਲੇ ਬਹੁਤ ਐਂਬੀਸ਼ੀਅਸ ਹੋਏ ਨੇ, ਖਾਸ ਤੌਰ 'ਤੇ ਜਦੋਂ ਦੀ ਦਿੱਲੀ ਦੀ ਸੱਤਾ 'ਤੇ ਉਹ ਕਾਬਜ਼ ਹੋਏ ਨੇ। ਪੰਜਾਬ ਉਹਨਾਂ ਨੂੰ ਜਿਹੜਾ ਹੈ ਉਹ ਇੱਕ ਕਿਸਮ ਦੇ ਨਾਲ ਮੈਂ ਕਹੂੰਗਾ ਰਾਜਨੀਤਿਕ ਤੌਰ 'ਤੇ ਰੜਕਦਾ ਕਿ ਇੱਥੇ ਉਹਨਾਂ ਦੀ ਸੇਕ ਕਿਉਂ ਨਾ ਹੋਵੇ। ਵੈਸੇ ਤਾਂ ਅਜੇ ਵੀ ਮੈਂ ਮਹਿਸੂਸ ਕਰਦਾ ਕਿ ਭਾਵੇਂ ਕਾਂਗਰਸ ਦੀ ਸਰਕਾਰ ਹੈ, ਉਹਨੂੰ ਅੰਗਰੇਜ਼ੀ 'ਚ ਕਹਿੰਦੇ ਦੇ ਆਰ ਸਟਿਲ ਕਾਲਿੰਗ ਦੇਅਰ ਸ਼ਾਟਸ, ਕਿਉਂਕਿ ਸਰਕਾਰ ਨੂੰ ਜਿਹੜੀ ਹੈ ਉਹ ਲਾਈਫ ਲਾਈਨ ਦਿੰਦੇ ਆ, ਜਾਂ ਜਿਹੜੇ ਕਈ ਕੁਛ ਇਸ ਤਰ੍ਹਾਂ ਦੇ ਅਫਸਰ ਨੇ ਜਿਨ੍ਹਾਂ ਦਾ ਮੈਂ ਨਾਮ ਲੈਣਾ ਵਾਜਬ ਨਹੀਂ ਸਮਝਦਾ, ਲੇਕਿਨ ਉਹ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਚੱਲ ਰਹੇ ਨੇ। ਇਸ ਕਰਕੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਕਿਤੇ ਨਜ਼ਰ ਹੀ ਨਹੀਂ ਆਉਂਦੀ। ਕਾਂਗਰਸ ਦੇ MLA ਰੋਂਦੇ ਨੇ ਕਿ ਸਾਨੂੰ ਮੁੱਖ ਮੰਤਰੀ ਜਾਂ ਮੰਤਰੀ ਜਿਹੜੇ ਹੈ ਉਹ ਸੁਣਦੇ ਹੀ ਨਹੀਂ, ਮੰਤਰੀਆਂ ਨੂੰ ਨਹੀਂ ਸੁਣਦੇ, ਮੁੱਖ ਮੰਤਰੀ ਨੂੰ ਸੁਣਦੇ, ਔਰ ਕੰਮ ਸਿਰਫ ਜਿਹੜਾ ਹੈ ਚੰਦ ਇੱਕ ਅਫਸਰ ਜਿਹੜੇ ਹੈ, ਉਹਨਾਂ 'ਚ ਰਿਟਾਇਰਡ ਅਫਸਰ ਵੀ ਸ਼ਾਮਿਲ ਨੇ, ਉਹ ਕਰ ਰਹੇ ਨੇ। ਤਾਂ ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ ਉਹ ਬਾਈ ਪ੍ਰੋਕਸੀ ਜਾਂ ਇਨਡਾਇਰੈਕਟਲੀ ਅੱਜ ਵੀ ਐਡਮਿਨਿਸਟ੍ਰੇਸ਼ਨ 'ਤੇ ਉਹ ਭਾਰੂ ਨੇ। ਕੋਸ਼ਿਸ਼ ਉਹਨਾਂ ਦੀ ਹੋਏਗੀ ਕਿ 2022 ਦੇ ਇਲੈਕਸ਼ਨ ਦੇ ਵਿੱਚ ਉਹ ਪੰਜਾਬ ਦੀ ਸੱਤਾ ਦੇ ਵਿੱਚ ਪਹਿਲੇ ਨਾਲੋਂ ਵਧੇਰੇ ਹਿੱਸਾ ਜਿਹੜਾ ਹੈ ਉਹਨਾਂ ਨੂੰ ਮਿਲ ਸਕੇ। ਬਿਲਕੁਲ, ਜਿਵੇਂ ਭਾਜਪਾ ਦੇ ਕਈ ਲੀਡਰ ਇਹੋ ਜਿਹਾ ਕਹਿੰਦੇ ਨੇ ਕਿ ਹੁਣ ਤਾਂ ਵੱਡੇ ਛੋਟੇ ਭਰਾ ਵਾਲੀ ਕੋਈ ਗੱਲ ਨਾ ਰਵੇ, ਅਸੀਂ ਵੱਡੇ ਹੋ ਜਾਈਏ। ਇੱਕ ਦੂਜੇ ਪਾਸੇ ਇੱਥੇ ਮੈਨੂੰ ਚੇਤੇ ਆਇਆ ਕਿ ਨਵਜੋਤ ਕੌਰ ਸਿੱਧੂ ਵੀ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਨੇ ਕਿ ਚੋਗਾ ਪਾਉਣ ਵਾਲੀਆਂ ਗੱਲਾਂ ਹੋ ਜਾਂਦੀਆਂ ਕਿ ਅਸੀਂ ਤਾਂ ਕਹਿੰਦੇ ਅਸੀਂ ਕਦੇ ਭਾਜਪਾ ਨੂੰ ਮਾੜਾ ਕਿਹਾ ਹੀ ਨਹੀਂ, ਅਸੀਂ ਤਾਂ ਕਹਿੰਦੇ ਸੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣੀ ਜੋ ਕੁਝ ਕਰ ਰਹੇ ਨੇ ਉਹਨਾਂ ਦੇ ਵਿਰੋਧ ਵਿੱਚ ਸੀ, ਭਾਜਪਾ ਦੇ ਵਿਰੋਧ ਵਿੱਚ ਨਹੀਂ। ਇਹ ਇੱਥੋਂ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਬੀਜੇਪੀ ਵੀ ਜਿਹੜੀ ਆ ਉਹ ਪੰਜਾਬ 'ਚ ਪਰ ਤੋਲ ਰਹੀ ਹੈ ਕਿ ਕੋਈ ਸਾਨੂੰ ਇਹੋ ਜਿਹਾ ਚਿਹਰਾ ਮਿਲ ਜਾਏ ਜਿਹਦੇ ਨਾਲ ਅਸੀਂ ਸੱਤਾ 'ਚ ਆ ਜਾਈਏ? ਬੀਜੇਪੀ ਪਰ ਤੋਲ ਰਹੀ ਹੈ। ਨਵਜੋਤ ਕੌਰ ਸਿੱਧੂ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਫਰੈਂਡਲੀ ਸਟੇਟਮੈਂਟਸ ਨੇ, ਜਿਵੇਂ ਮੈਂ ਪਹਿਲਾਂ ਕਿਹਾ, ਮੈਂ ਕਿਸੇ ਦੇ ਜ਼ਾਤੀ ਤੌਰ 'ਤੇ ਖਿਲਾਫ ਨਹੀਂ, ਸਿਮਰਨਜੀਤ ਸਿੰਘ ਬੈਂਸ ਜਾਂ ਉਹਨਾਂ ਦੀ ਪਾਰਟੀ ਦੇ ਖਿਲਾਫ ਨਹੀਂ, ਮੈਂ ਇੱਕ ਰਾਜਨੀਤਿਕ ਵਿਸ਼ਲੇਸ਼ਕ ਹਾਂ। ਇਹ ਚੀਜ਼ ਆਪਣੇ ਆਪ ਸ਼ੋਅ ਕਰਦੀ ਕਿ ਰਾਜਨੀਤਿਕ ਮੌਕਾ ਪ੍ਰਸਤੀ ਕਿੱਥੇ ਕਿੱਥੇ ਕਿੱਦਾਂ ਪਲੇ ਕਰ ਰਹੀ। ਜੇ ਬੈਂਸ ਉਸ ਤਰੀਕੇ ਨਾਲ ਕਰ ਰਹੇ ਹੈ ਅਤੇ ਸਿੱਧੂ ਦਾ ਧੜਾ ਜਿਹੜਾ ਹੈ ਉਹ ਮਿਸਿਸ ਸਿੱਧੂ ਦੀ ਸਟੇਟਮੈਂਟ ਦੇ ਵਿੱਚੋਂ ਨਜ਼ਰ ਆਉਂਦਾ।
ਲੋਕ ਕਈ ਵਾਰੀ ਇਹ ਇਸ ਤਰ੍ਹਾਂ ਦੇ ਸਵਾਲ ਆਮ ਦੇਖ ਲੈਂਦੇ ਕਿ ਜੀ ਸਿੱਧੂ ਬੀਜੇਪੀ ਦੇ ਸ਼ਾਮਿਲ ਹੋ ਜਾਏਗਾ, ਪਹਿਲਾਂ ਵੀ ਉਹ ਬੀਜੇਪੀ 'ਚ ਸੀ, ਸਿੱਧੂ ਸਾਹਿਬ ਕਹਿ ਦਿੰਦੇ ਸਵਾਲ ਹੀ ਪੈਦਾ ਨਹੀਂ ਹੁੰਦਾ। ਲੇਕਿਨ ਰਾਜਨੀਤੀ ਦੇ ਵਿੱਚ ਕਿਸੇ ਲੀਡਰ ਦਾ ਭਰੋਸਾ ਹੀ ਨਹੀਂ ਰਿਹਾ, ਕੱਲ੍ਹ ਨੂੰ ਉਹ ਕਿੱਧਰ ਨੂੰ ਜਾਊਗਾ। ਤਾਂ ਬੀਜੇਪੀ ਪੂਰੀ ਤਰ੍ਹਾਂ ਨਾਲ ਇਸ ਵੇਲੇ ਉਹਨਾਂ ਦੀ ਕੋਸ਼ਿਸ਼ ਹੈ। ਇਹ ਜ਼ਰੂਰ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਬੀਜੇਪੀ ਦੇ ਵਿੱਚ ਇਹ ਵੀ ਇੱਕ ਧੜਾ ਹੈ ਜਿਹੜਾ ਮਹਿਸੂਸ ਕਰਦਾ ਕਿ ਪੰਜਾਬ 'ਚ ਬੀਜੇਪੀ ਕੱਲੀ ਇਲੈਕਸ਼ਨ ਲੜੇ। ਲੇਕਿਨ ਬੀਜੇਪੀ ਦੇ ਵਿੱਚ ਬਹੁਤ ਸਾਰੇ ਲੋਕ ਇਹ ਵੀ ਮਹਿਸੂਸ ਕਰਦੇ ਕਿ ਇਕੱਲਿਆਂ ਸ਼ਾਇਦ ਸਾਡੇ ਹੱਥ ਉਸ ਤਰ੍ਹਾਂ ਨਾ ਪਵੇ, ਅਤੇ ਇਸ ਕਰਕੇ ਸਾਨੂੰ ਜਿਹੜਾ ਹੈ ਇਸ ਤਰ੍ਹਾਂ ਦੀ ਕੋਲੀਸ਼ਨ ਜਿਹੜੀ ਹੈ ਬੈਟਰ ਬਾਰਗੇਨਿੰਗ ਦੇ ਨਾਲ, ਜੋ ਪਹਿਲਾਂ ਸੀਟਾਂ ਅਸੀਂ ਇਨਫੈਕਟ ਜਿਹੜਾ ਢੀਂਡਸਾ ਧੜਾ ਹੈ, ਉਹ ਢੀਂਡਸਾ ਧੜਾ ਦੀ ਜੋ ਜਿਸ ਤਰੀਕੇ ਨਾਲ ਉਹ ਪੰਜਾਬ ਦੇ ਸਿਨੇਰੀਓ 'ਤੇ ਉੱਭਰਿਆ, ਅਤੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਪੈਦਾ ਹੁੰਦਾ ਕਿ ਕਿਵੇਂ ਇੰਨੇ ਸਾਲ ਗੁਜ਼ਾਰਨ ਤੋਂ ਬਾਅਦ 3 ਸਾਲ ਸੱਤਾ ਤੋਂ ਵੀ ਬਾਹਰ ਰਹੇ, ਕਾਫੀ ਦੇਰ ਤੋਂ ਬਾਹਰ ਰਹੇ, ਔਰ ਅਚਾਨਕ ਇੱਕ ਬਜ਼ੁਰਗ ਨੇਤਾ ਜਿਹੜਾ ਹੈ ਉਹਨੂੰ ਲੱਗਦਾ ਕਿ ਅਕਾਲੀ ਦਲ ਠੀਕ ਨਹੀਂ ਹੋ ਰਿਹਾ, ਸਾਰਾ ਹੋ ਰਿਹਾ, ਅਤੇ ਲੋਕ ਜਿਹੜੇ ਉਹ ਪੜ੍ਹ ਰਹੇ ਆ ਸਾਰਾ ਕੁਝ ਕਿ ਇੱਥੇ ਪਿੱਛੇ ਕੋਈ ਹੋਰ ਸ਼ਕਤੀ ਜਿਹੜੀ ਹੈ ਕੰਮ ਕਰ ਰਹੀ ਹੈ, ਔਰ ਉਹ ਸ਼ਕਤੀ ਜਿਹੜੀ ਹੈ ਬੜੀ ਸ਼ਕਤੀਸ਼ਾਲੀ ਹੈ, ਔਰ ਉਹਦੇ ਡਿਜ਼ਾਈਨ ਬੜੇ ਖਤਰਨਾਕ ਨੇ। ਪੰਜਾਬ ਦੇ ਵਿੱਚ ਜਿਹੜਾ ਹੈ ਇੱਕ ਖਾਸ ਕਿਸਮ ਦਾ ਮਾਹੌਲ ਕ੍ਰੀਏਟ ਕੀਤਾ ਜਾ ਸਕਦਾ ਜਿਹਦੇ ਨਾਲ ਦੋਨਾਂ ਜਿਹੜੇ ਮੁੱਖ ਸਮੁਦਾਇ ਨੇ ਉਹਨਾਂ 'ਚ ਕੋਈ ਤਫਰਕਾ ਪੈਦਾ ਹੋਏ। ਵੋਟਸ ਦੀ ਪੋਲਰਾਈਜੇਸ਼ਨ ਦੇ ਨਾਲ ਨੈਸ਼ਨਲ ਪੋਲੀਟਿਕਸ 'ਤੇ ਬੀਜੇਪੀ ਆਈ ਹੈ, ਹੋ ਸਕਦਾ ਪੰਜਾਬ ਦੇ ਵਿੱਚ ਵੀ ਉਹ ਪੋਲਰਾਈਜੇਸ਼ਨ ਦਾ ਜਿਹੜਾ ਹੈ ਫਾਰਮੂਲਾ ਲਗਾ ਕੇ ਬੀਜੇਪੀ ਦਾ ਸ਼ੇਅਰ ਜਿਹੜਾ ਹੈ ਉਸ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਸੋ ਬੀਜੇਪੀ ਪੂਰੀ ਤਰ੍ਹਾਂ ਨਾਲ ਤਿਆਰ ਹੈ ਕਿ ਜਿੰਨਾ ਮੈਕਸਿਮਮ ਪਾਊਂਡ ਆਫ ਫਲੈਸ਼ ਉਹ ਲੈ ਸਕਦੇ ਹੋਣਗੇ ਉਹ ਲੈਣਗੇ ਔਰ ਕੋਸ਼ਿਸ਼ ਕਰਨਗੇ। ਤੇ ਕੀ ਲੱਗਦਾ ਹੈ ਕਿ ਇਸ ਵਿਚਾਲੇ ਢੀਂਡਸਾ ਕਾਮਯਾਬ ਹੋ ਸਕਦੇ ਨੇ ਬਾਦਲਾਂ ਨੂੰ ਹੋਰ ਜ਼ਿਆਦਾ ਜਿਹੜੀ ਉਹ ਸਿਆਸੀ ਤੌਰ ਤੇ ਸੱਟ ਮਾਰਨ ਦੇ ਵਿੱਚ ਬੀਜੇਪੀ ਨੂੰ ਨਾਲ ਲੈ ਕੇ? ਦੇਖੋ, ਹਜੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਬੀਜੇਪੀ ਹਾਈ ਕਮਾਂਡ ਦੇਖੂਗੀ ਕਿ ਕਿਸ ਦਾ ਪਲੜਾ ਭਾਰੀ ਹੈ, ਸੁਖਬੀਰ ਬਾਦਲ ਦਾ ਜਾਂ ਸੁਖਦੇਵ ਸਿੰਘ ਢੀਂਡਸਾ ਦਾ। ਜਿਸ ਦਾ ਪਲੜਾ ਭਾਰੀ ਹੋਏਗਾ ਉਸ ਦੇ ਨਾਲ ਉਹ ਚਲੇ ਜਾਣਗੇ। ਇਹ ਕੰਮ ਤਾਂ ਨਹੀਂ ਜਿਵੇਂ ਮੱਧ ਪ੍ਰਦੇਸ਼ 'ਚ ਜੋ ਕੁਝ ਹੋਇਆ, ਤੁਸੀਂ ਦੇਖਿਆ ਕਿ ਮਹਾਰਾਸ਼ਟਰ ਦਾ ਘਟਨਾਕ੍ਰਮ ਉਹ ਤੋਂ ਬੜਿਆਂ ਨੇ ਸਬਕ ਲਿਆ ਕਿ ਕੀ ਕੁਝ ਹੋਇਆ। ਸ਼ਿਵ ਸੈਨਾ ਨੇ ਕਿਵੇਂ ਇੱਕੋ ਦਮ ਜਿਹੜਾ ਉਹ ਭਾਜਪਾ ਨੂੰ ਛੱਡ ਕੇ ਜਾ ਕੇ ਕਾਂਗਰਸ ਦੇ ਨਾਲ ਜਾਂ ਐਨਸੀਪੀ ਵਗੈਰਾ ਉਹ ਸਾਰਿਆਂ ਨੇ ਰਲ ਕੇ ਉੱਥੇ ਸਰਕਾਰ ਬਣਾਈ। ਇਹੋ ਜਿਹਾ ਕੁਝ ਬੀਜੇਪੀ ਕਿਤੇ ਪੰਜਾਬ 'ਚ ਤਾਂ ਨਹੀਂ ਕਰਨਾ ਚਾਹੁੰਦੀ? ਚਿੰਤਾ ਇਹ ਵੀ ਰਹਿੰਦੀ ਹੈ ਬਾਕੀ ਸਾਰੀਆਂ ਪਾਰਟੀਆਂ ਵਾਲਿਆਂ ਨੂੰ ਵੀ ਕਿਤੇ ਲੱਗਦਾ ਕੋਈ ਮਹਾਗਠਜੋੜ ਜਾਂ ਖੜਾ ਕਰਕੇ ਬੀਜੇਪੀ ਕਹਿ ਦੇ ਕਿ ਸਾਡੇ ਬੰਦੇ ਨੂੰ ਮੁੱਖ ਮੰਤਰੀ ਬਣਾ ਦਿਓ ਪੰਜਾਬ ਦੇ ਵਿੱਚ। ਕੁਝ ਇਹੋ ਜਿਹਾ 2022 ਦੇ ਵਿੱਚ ਲੱਗਦਾ ਤੁਹਾਨੂੰ ਇਹੋ ਜਿਹਾ ਸੀਨ ਪੰਜਾਬ ਦੇ ਵਿੱਚ ਵੀ ਵਾਪਰ ਸਕਦਾ? ਰਾਜਸਥਾਨ 'ਚ ਜੋ ਕੁਝ ਹੋਇਆ, ਮੱਧ ਪ੍ਰਦੇਸ਼ 'ਚ ਜੋ ਕੁਝ ਹੋਇਆ। ਬੀਜੇਪੀ ਪੰਜਾਬ ਦੇ ਵਿੱਚ ਸੱਤਾ ਦਾ ਹਿੱਸਾ ਬਣਨ ਜਾਂ ਸੱਤਾ ਹਥਿਆਉਣ ਦੇ ਲਈ ਪੂਰੀ ਤਰ੍ਹਾਂ ਤਰਲੋ ਮੱਛੀ ਹੈ। ਕੁਝ ਵੀ ਕਰ ਇਸ ਕਰਕੇ ਉਹ ਕੁਝ ਵੀ ਕਰ ਸਕਦੇ ਹੈ। ਇਲੈਕਸ਼ਨ ਤੋਂ ਬਾਅਦ ਪੋਸਟ ਇਲੈਕਟੋਰਲ ਅਲਾਇੰਸਿਸ ਹੋ ਸਕਦੇ ਹੈ, ਕਿਉਂਕਿ ਮੈਨੂੰ ਇਹ ਨਜ਼ਰ ਲੱਗਦਾ ਕਿ ਜੇ ਕੋਈ ਪੰਜਾਬ 'ਚ ਕੋਈ ਖਾਸ ਡਿਵੈਲਪਮੈਂਟ ਨਾ ਹੋਈ ਤਾਂ ਆਉਣ ਵਾਲੀ ਜਿਹੜੀ ਅਸੈਂਬਲੀ ਉਹਦੇ 'ਚ ਹੋ ਸਕਦਾ ਕਿਸੇ ਨੂੰ ਕਲੀਅਰ ਕੱਟ ਮੈਜੋਰਿਟੀ ਨਾ ਵੀ ਮਿਲੇ। ਇਸ ਕਰਕੇ ਜੋ ਕੁਝ ਵੀ ਉੱਥੇ ਹੋਏਗਾ ਉਸ ਨੂੰ ਇਕੱਠਾ ਕਰਕੇ ਬੀਜੇਪੀ, ਕਿਉਂਕਿ ਕੇਂਦਰ ਸਰਕਾਰ ਦੇ ਵਿੱਚ ਬੈਠੀ ਹੈ, ਉਹਨਾਂ ਦੇ ਕੋਲ ਸਾਰੇ ਰਿਸੋਰਸਿਸ ਅਵੇਲੇਬਲ ਨੇ। ਕੱਲ੍ਹ ਹੀ ਰਿਪੋਰਟ ਆ ਰਹੀ ਸੀ ਕਿ ਮੌਜੂਦਾ 35 ਵਿਧਾਇਕਾਂ ਔਰ ਮੈਂਬਰਸ ਆਫ ਪਾਰਲੀਮੈਂਟ ਦੇ ਕ੍ਰਿਮੀਨਲ ਕੇਸਿਸ ਦੇ ਰਿਕਾਰਡ ਨੇ, ਉਹਨਾਂ ਨੂੰ ਡਰਾਇਆ ਜਾ ਸਕਦਾ, ਉਹਨਾਂ ਦੀਆਂ ਫਾਈਲਾਂ ਦਿਖਾ ਕੇ ਉਹਨਾਂ ਨੂੰ ਡਰਾਇਆ ਜਾ ਸਕਦਾ। ਫਿਰ ਜਿਸ ਤਰ੍ਹਾਂ ਦੂਸਰੇ ਰਾਜਾਂ ਦੇ ਵਿੱਚ ਕਰੋੜਾਂ ਅਰਬਾਂ ਰੁਪਏ ਸਿੱਟ ਕੇ ਜਿਹੜੇ ਹੈ ਉਹ ਐਮਐਲਏ ਖਰੀਦੇ ਗਏ, ਇੱਥੇ ਵੀ ਖਰੀਦੇ ਜਾ ਸਕਦੇ ਆ। ਸੋ ਸਭ ਕੁਝ ਹੋ ਸਕਦਾ। ਜੋੜ ਤੋੜ ਦੀ ਰਾਜਨੀਤੀ ਦੇ ਵਿੱਚ ਜੇ ਆਪਾਂ ਸੁਖਪਾਲ ਖਹਿਰਾ ਨੂੰ ਦੇਖੀਏ, ਖਹਿਰਾ ਦਾ ਧੜਾ ਜਿਵੇਂ ਤੁਸੀਂ ਦੇਖਿਆ ਛੋਟੇਪੁਰ ਨੂੰ ਪਹਿਲਾਂ ਬਣਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਹੋਈਆਂ। ਆਪਾਂ 2022 ਦੇ ਸੰਦਰਭ 'ਚ ਗੱਲ ਕਰ ਰਹੇ ਹਾਂ ਕਿਉਂਕਿ ਤੁਹਾਡਾ ਨਜ਼ਰੀਆ ਜਿਹੜਾ ਉਹ ਕੀ ਕਹਿੰਦਾ ਅਸੀਂ ਉਹ ਜਾਣਨ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗੇ। 2022 ਦੇ ਵਿੱਚ ਸੁਖਪਾਲ ਖਹਿਰਾ ਲੱਗਦਾ ਕਿ ਨਿੱਕੇ ਮੋਟੇ ਸਾਰਿਆਂ ਨੂੰ ਦਲਾਂ ਨੂੰ ਰਲਾ ਕੇ, ਜਿਵੇਂ ਪੰਜਾਬ ਏਕਤਾ ਪਾਰਟੀ ਹੋ ਗਈ, ਲੋਕ ਇਨਸਾਫ ਪਾਰਟੀ ਹੋ ਗਈ, ਬਸਪਾ ਹੋ ਗਈ, ਜਿਨ੍ਹਾਂ ਦਾ ਇੱਕ ਦੋ ਕਿਤੋਂ ਵੀ ਰਲਾ ਰਲੂ ਕੇ ਕੁਛ ਨਾ ਕੁਛ ਕੋਈ ਮਹਾਗਠਜੋੜ ਖੜਾ ਕਰਨ ਦੇ ਵਿੱਚ ਕਾਮਯਾਬੀ ਹੋ ਸਕਦੀ ਹੈ ਜਾਂ ਇਹਨਾਂ ਦਾ ਕੋਈ ਰੋਲ ਹੋ ਸਕਦਾ 2022 ਦੇ ਵਿੱਚ? ਕਿਉਂਕਿ ਹੁਣ ਤਾਂ ਆਮ ਆਦਮੀ ਪਾਰਟੀ ਤੋਬਾ ਕਰ ਚੁੱਕੀ ਹੈ ਕਿ ਖਹਿਰੇ ਨੂੰ ਅਸੀਂ ਰੱਖਣਾ ਹੀ ਨਹੀਂ ਆਪਣੇ 'ਚ। ਦੇਖੋ, ਬਹੁਤ ਐਂਬੀਸ਼ੀਅਸ ਹੈ ਔਰ ਉਹ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੁੰਦੇ ਨੇ, ਲੇਕਿਨ ਇਹ ਮੇਰਾ ਜ਼ਾਤੀ ਰਾਏ ਹੈ ਕਿ ਉਹਨਾਂ ਦੀ ਪੋਲੀਟੀਕਲ ਕ੍ਰੈਡੀਬਿਲਿਟੀ ਜਿਹੜੀ ਯਕੀਨ ਦਹਾਨੀ ਲੋਕਾਂ ਦੇ ਮਨਾਂ 'ਚ ਉਹ ਖਤਮ ਹੋ ਚੁੱਕੀ ਹੈ। ਪਿਛਲੇ ਸਾਲਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਜਿਹੜੇ ਹੈ ਰਾਜਨੀਤਿਕ ਰੰਗ ਬਦਲੇ ਨੇ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਉਹ ਕੋਸ਼ਿਸ਼ ਕਰ ਸਕਦੇ ਨੇ ਇਹੋ ਜਿਹੇ ਜਿਹੜੇ ਐਲੀਮੈਂਟਸ ਨੇ ਪੰਜਾਬ ਜਿਨ੍ਹਾਂ ਦੇ ਤੁਸੀਂ ਨਾਮ ਲਏ ਧਿਰਾਂ ਦੇ, ਉਹਨਾਂ ਨੂੰ ਇਕੱਠਾ ਕਰਕੇ ਕੋਸ਼ਿਸ਼ ਪਰ ਮੈਂ ਨਹੀਂ ਮਹਿਸੂਸ ਕਰਦਾ ਕਿ ਲੋਕ ਉਸ ਨੂੰ ਕੋਈ ਹੁੰਗਾਰਾ ਦੇਣਗੇ। ਕਿਉਂਕਿ ਲੋਕ ਜਿਹੜੇ ਨੇ ਸਾਡਾ ਜਿਹੜਾ ਪਿੰਡਾਂ ਦਾ ਔਰ ਸ਼ਹਿਰਾਂ ਦਾ ਜਿਹੜਾ ਗਰੀਬ ਤਬਕਾ ਹੈ, ਜਿਹੜਾ ਉਸ ਤਰ੍ਹਾਂ ਦੀਆਂ ਖਬਰਾਂ ਨਹੀਂ ਸੁਣਦਾ, ਜਿਹੜਾ ਉਹੋ ਜਿਹੇ ਪ੍ਰੋਪੇਗੈਂਡਾ ਦੇ ਵਿੱਚ ਦੇ ਜਿਹੜੇ ਸਾਧਨ ਨੇ ਜਿਨ੍ਹਾਂ ਤੱਕ ਉਹਨਾਂ ਦੀ ਪਹੁੰਚ ਘੱਟ ਹੈਗੀ ਹੈ, ਉਹ ਆਪਣੀਆਂ ਰੋਜ਼ਮਰਾ ਦੀਆਂ ਸਮੱਸਿਆ ਨਾਲ ਇਸ ਬੁਰੀ ਤਰ੍ਹਾਂ ਦੋ ਚਾਰ ਨੇ। ਖਾਸ ਤੌਰ 'ਤੇ ਕੋਵਿਡ ਤੋਂ ਬਾਅਦ ਜਿਹੜੀ ਅਨਐਮਪਲੋਇਮੈਂਟ ਵਧੀ ਹੈ, ਉਹ ਇਸ ਕਰਕੇ ਉਹ ਕਿਸੇ ਵੀ ਇਸ ਤਰ੍ਹਾਂ ਦੀ ਸ਼ਕਤੀ ਦੇ ਮਗਰ ਨਹੀਂ ਲੱਗਣਗੇ ਜਿਸ 'ਤੇ ਉਹਨਾਂ ਨੂੰ ਯਕੀਨ ਨਹੀਂ ਹੈ। ਔਰ ਪੰਜਾਬ ਦੇ ਵਿੱਚ ਜਿਹੜੀ ਹੈ
ਪੋਲੀਟੀਕਲ ਟਰਸਟ ਜਿਹੜੀ ਹੈ ਮੌਜੂਦਾ ਲੀਡਰਸ਼ਿਪ ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਵੇ, ਮੈਂ ਫਿਰ ਕਹਿਣਾ ਕਿ ਮੈਂ ਕਿਸੇ ਪਾਰਟੀ ਦਾ ਸਮਰਥਕ ਨਹੀਂ, ਮੈਂ ਸਿਰਫ ਇੱਕ ਰਾਜਨੀਤਿਕ ਵਿਸ਼ਲੇਸ਼ਕ ਦੇ ਤੌਰ ਤੇ ਗੱਲ ਕਰਦਾ, ਕਿਸੇ ਵੀ ਪਾਰਟੀ ਦੀ ਕੋਈ ਵੀ ਉਸ ਤਰ੍ਹਾਂ ਦੀ ਕ੍ਰੈਡੀਬਿਲਿਟੀ ਸਟੇਟ ਲੈਵਲ ਦੇ ਉੱਤੇ ਉਹ ਮੈਨੂੰ ਇਸ ਵੇਲੇ ਨਜ਼ਰ ਨਹੀਂ ਆਉਂਦੀ। ਸੋ ਇਸ ਕਰਕੇ ਇਹ ਜਿਹੜੇ ਫ੍ਰਿੰਜ ਜਿਹੜੇ ਫੈਕਸ਼ਨਸ ਨੇ, ਜਿਸ ਤਰ੍ਹਾਂ ਤੁਸੀਂ ਸੁਖਪਾਲ ਖਹਿਰੇ ਦਾ ਨਾਮ ਲਿਆ ਜਾਂ ਦੂਸਰੇ ਛੋਟੇ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਵੀ ਭਵਿੱਖ ਇਸ ਇਲੈਕਸ਼ਨ ਵਿੱਚ ਹੋਏਗਾ। ਜੀ, ਅਸੀਂ 2022 ਦੇ ਸੰਦਰਭ ਦੇ ਵਿੱਚ ਭੋਗਲ ਜਿਵੇਂ ਸਿਆਸੀ ਮਾਹਰ ਸਾਡੇ ਨਾਲ ਨੇ, ਇਹਨਾਂ ਦਾ ਨਜ਼ਰੀਆ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦਾ ਤਜਰਬਾ ਕੀ ਗੱਲ ਕਹਿੰਦਾ ਹੈ ਕਿ ਇਹਨਾਂ ਨੇ ਹੁਣ ਤੱਕ ਜਿਹੜੀਆਂ ਸਾਰੀਆਂ ਇਲੈਕਸ਼ਨਸ ਦੇਖੀਆਂ ਨੇ ਪਿਛਲੇ ਸਮੇਂ ਦੇ ਵਿੱਚ, ਭਾਵੇਂ ਅਕਾਲੀਆਂ ਦਾ ਰਾਜ ਸੀ, ਭਾਵੇਂ ਕਾਂਗਰਸ ਜਦੋਂ ਸੱਤਾ ਵਿੱਚ ਆਈ, ਲੋਕ ਸਭਾ ਇਲੈਕਸ਼ਨ ਕੀ ਕੁਝ ਹੋਇਆ, ਸਾਰਾ ਕੁਝ ਤੁਸੀਂ ਵੀ ਦੇਖਿਆ, ਪਰ ਇੱਕ ਨਜ਼ਰੀਆ ਹੁੰਦਾ, ਇੱਕ ਤਜਰਬਾ ਹੁੰਦਾ ਕਿ ਉਸ ਸਮੇਂ ਦੌਰਾਨ ਜਿਹੜਾ 2022 ਦੇ ਵਿੱਚ ਭਵਿੱਖ ਕਿੱਦਾਂ ਦਾ ਦਿਖਦਾ। ਸੁਖਬੀਰ ਬਾਦਲ ਦਾ ਭਵਿੱਖ ਜਿਵੇਂ ਆਪਾਂ ਦੇਖੀਏ, ਜਿਵੇਂ ਇਹਨਾਂ ਨੇ ਦੱਸਿਆ ਕਿ ਅਕਾਲੀ ਦਲ ਦਾ ਭਵਿੱਖ, ਸੁਖਬੀਰ ਬਾਦਲ ਦਾ ਭਵਿੱਖ, ਮੈਨੂੰ ਜਿਹੜਾ ਲੋਕਾਂ ਦੇ ਵਿੱਚ, ਅਸੀਂ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਇਹ ਸੋਚਦੇ ਨੇ ਕਿ ਸੁਖਬੀਰ ਬਾਦਲ ਜਿੱਤ ਕਿਵੇਂ ਗਿਆ। ਜਦੋਂ ਭੋਗਲ ਸਾਹਿਬ ਗੱਲ ਇੱਦਾਂ ਹੁੰਦੀ ਹੈ ਕਿ ਸੁਖਬੀਰ ਬਾਦਲ ਸਾਹਿਬ ਜਿੱਤ ਕਿੱਦਾਂ ਗਏ, ਜੇਕਰ ਅਕਾਲੀ ਦਲ ਜਾਂ ਉਹਨਾਂ ਦਾ ਕੋਈ ਭਵਿੱਖ ਨਹੀਂ ਹੈਗਾ ਤਾਂ ਬਾਦਲ ਸਾਹਿਬ ਕਿਵੇਂ ਜਿੱਤ ਗਏ? ਕਿ ਲੋਕਾਂ ਨੂੰ ਆਪਾਂ ਇਹਦੇ ਵਿੱਚ ਲੋਕਾਂ ਤੇ ਸਵਾਲ ਚੁੱਕੀਏ ਜਾਂ ਫਿਰ ਸਿਆਸੀ ਜਿਹੜੇ ਸਮਝੌਤੇ ਹੁੰਦੇ ਨੇ ਉਹਨਾਂ ਤੇ ਸਵਾਲ ਚੁੱਕੀਏ? ਜਿਵੇਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਿਤੇ ਨਾ ਕਿਤੇ ਫਰੈਂਡਲੀ ਮੈਚ ਜਿਹੜਾ ਉਹ ਚੱਲਦਾ ਪੰਜਾਬ ਦੇ ਵਿੱਚ, ਤੇ ਉਹੀ ਕੁਝ ਦਾ ਨਤੀਜਾ ਇਹ ਹੈ ਕਿ ਚੀਕ ਕੇ ਆਖਿਆ ਵਿਧਾਨ ਸਭਾ ਦੇ ਵਿੱਚ ਕਿ ਇਹਨਾਂ ਨੂੰ ਖੂੰਜੇ ਲਾ ਦਿਓ, ਪਰ ਉਹ ਗੱਲ ਬਣੀ ਨਹੀਂ। ਨਾਰਾਜ਼ਗੀ ਕਿਸ ਨਾਲ ਰਹੀ ਫਿਰ? ਵੀ ਲੋਕਾਂ ਦੀ ਗਲਤੀ ਸੀ ਜਾਂ ਲੋਕਾਂ ਦਾ ਨਜ਼ਰੀਆ ਇਦਾਂ ਦਾ ਰਿਹਾ, ਜਾਂ VOTING ਕਿੱਦਾਂ, ਜਾਂ ਕੋਈ ਫਰੈਂਡਲੀ ਮੈਚ? ਤੁਹਾਡਾ ਨਜ਼ਰੀਆ ਕੀ ਕਹਿੰਦਾ? ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਫਰੈਂਡਲੀ ਮੈਚ ਹੋਇਆ। ਅਦਰਵਾਈਜ਼ ਕੈਪਟਨ ਅਮਰਿੰਦਰ ਸਿੰਘ ਲੰਬੀ ਹਲਕੇ ਤੋਂ ਚੁਣਾਵ ਲੜਨ ਲਈ ਕਿਉਂ ਗਏ? ਬਿੱਟੂ ਸੁਖਬੀਰ ਬਾਦਲ ਦੇ ਅਗੇਂਸਟ ਚੁਣਾਵ ਲੜਨ ਲਈ ਕਿਉਂ ਗਏ ਜਦੋਂ ਕਿ ਆਪਣੇ ਹਲਕੇ ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਨੇ? ਲੋਕਾਂ ਨੂੰ, ਜਿਸ ਤਰ੍ਹਾਂ ਮੈਂ ਕਿਹਾ, ਕਿ ਉਹਨਾਂ ਨੂੰ ਭਰਮਾਇਆ ਨਹੀਂ ਜਾ ਸਕਦਾ। ਲੋਕ ਜਾਣਦੇ ਨੇ ਕਿ ਕੀ ਹੋ ਰਿਹਾ, ਫਰੈਂਡਲੀ ਮੈਚ ਹੋ ਰਿਹਾ ਔਰ ਹੁਣ ਤੱਕ ਚੱਲ ਰਿਹਾ। ਐਡੇ ਵੱਡੇ ਘਪਲੇ ਨੇ ਅਕਾਲੀਆਂ ਦੇ, ਔਰ ਜਿਹੜੇ ਕਿ ਪਿਛਲੀ ਸਰਕਾਰਾਂ ਦੇ ਵੇਲੇ ਕਾਂਗਰਸ ਚੁੱਕਦੀ ਰਹੀ ਹੈ, ਔਰ ਕਾਂਗਰਸ ਦੀ ਮੌਜੂਦਾ ਸਰਕਾਰ ਦੇ ਔਰ ਪਿਛਲੀ ਸਰਕਾਰ ਦੇ, ਜਿਹਦੇ ਬਾਰੇ ਅਕਾਲੀਆਂ ਨੇ ਇਸ਼ੂ ਬਣਾਏ, ਐਜੀਟੇਸ਼ਨਸ ਕੀਤਾ, ਸਭ ਕੁਝ ਕੀਤਾ। ਇਸ ਵੇਲੇ ਸੁਖਬੀਰ ਬਾਦਲ ਤੇ ਉਸ ਦੀ ਪਾਰਟੀ ਉਸ ਦੇ ਬਾਰੇ ਖਾਮੋਸ਼ੀ ਅਖਤਿਆਰ ਕਰੀ ਬੈਠੇ ਨੇ। ਉਦਾਹਰਨ ਦੇ ਤੌਰ ਤੇ ਸਿਟੀ ਸੈਂਟਰ ਦਾ ਮਾਮਲਾ ਪਿਛਲੀ ਜਿਹੜੀ ਹੈ ਕਾਂਗਰਸ ਗਵਰਨਮੈਂਟ ਵੇਲੇ ਆਇਆ, ਬਾਦਲ ਸਰਕਾਰ ਨੇ ਉਸ ਦੇ ਉੱਤੇ, ਅਕਾਲੀ ਦਲ ਨੇ ਲੰਬਾ ਐਜੀਟੇਸ਼ਨ ਜਿਹੜਾ ਹੈ ਉਹਦੇ 'ਤੇ ਲੜਿਆ, ਬਾਅਦ ਦੇ ਵਿੱਚ ਮੁਕੱਦਮੇ ਦਰਜ ਹੋਏ, ਸਭ ਕੁਝ ਹੋਇਆ। ਲੇਕਿਨ ਹੁਣ ਸਿਟੀ ਸੈਂਟਰ ਦੀ ਕਲੋਜ਼ਰ ਰਿਪੋਰਟ ਆਈ ਤੇ ਅਕਾਲੀ ਦਲ ਨੇ ਕੁਝ ਬੋਲੇ ਹੀ ਨਹੀਂ ਕਿਸੇ ਕਿਸਮ ਦੀ। ਵਿਧਾਨ ਸਭਾ ਦੇ ਵਿੱਚ ਕੋਈ ਮਸਲਾ ਨਹੀਂ ਹੋਇਆ। ਅਰਬਾਂ ਰੁਪਏ ਦੇ ਘਪਲੇ ਜਿਹੜੇ ਹੈ ਉਹ ਇੱਕ ਦੂਸਰੇ ਦੇ ਜਿਹੜੇ ਹੈ ਇਹ ਉਸ ਦੇ ਉੱਤੇ ਖਾਮੋਸ਼ ਨੇ, ਚੁੱਪ ਚੁਪੀਤੇ ਕੇਸ ਵਿਡਰਾਅ ਕੀਤੇ ਜਾ ਰਹੇ ਨੇ, ਉਹੋ ਜਿਹੀ ਤਿਆਰੀ ਹੋ ਰਹੀ ਹੈ। ਅਤੇ ਫਿਰ ਫਰੈਂਡਲੀ ਮੈਚ ਨੂੰ ਅਸੀਂ ਕਿਉਂ ਨਾ ਮੰਨਾਂਗੇ? ਨਵਜੋਤ ਸਿੰਘ ਸਿੱਧੂ ਠੀਕ ਕਹਿੰਦਾ, ਫਰੈਂਡਲੀ ਮੈਚ ਹੋਇਆ ਔਰ ਉਹ ਫਰੈਂਡਲੀ ਮੈਚ ਜਾਰੀ ਹੈ, ਹੁਣ ਵੀ ਜਾਰੀ ਹੈ। ਹੁਣ ਵੀ ਇਹ ਕੋਸ਼ਿਸ਼ ਕੀਤੀ ਜਾਊਗੀ ਕਿ ਠੀਕ ਹੈ, ਕਾਂਗਰਸ ਜਿਹੜੀ ਹੈ ਇਸ ਵੇਲੇ ਪੋਪੂਲਰ ਨਹੀਂ ਹੈ ਅਤੇ ਕਾਂਗਰਸ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਫਰੈਂਡਲੀ ਮੈਚ ਦੇ ਵਿੱਚ ਜਿਹੜੀ ਸੱਤਾ ਜਿਹੜੀ ਹੈ ਉਹ ਪਾਸ ਔਨ ਕਰ ਦੇਵੇ ਅਕਾਲੀ ਦਲ ਨੂੰ। ਪਰ ਕਿਤੇ ਨਾ ਕਿਤੇ ਲੋਕਤੰਤਰ ਹਜੇ ਬਚਿਆ ਹੋਇਆ, ਕਿਤੇ ਨਾ ਕਿਤੇ ਲੋਕਾਂ ਦੀ ਆਵਾਜ਼ ਜਦੋਂ ਇਹੋ ਜਿਹਾ ਕ੍ਰਾਈਸਿਸ ਟਾਈਮ ਹੁੰਦਾ ਤਾਂ ਉਹ ਨਿਕਲਦੀ ਹੈ। ਫਿਰ ਸਾਰੀਆਂ ਜਿਹੜੀਆਂ ਪੋਲੀਟੀਕਲ ਮੈਚ ਫਿਕਸਿੰਗ ਹੈ ਜਾਂ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਫਰੈਂਡਲੀ ਮੈਚ ਹੈ ਉਹ ਫਿਰ ਐਕਸਪੋਜ਼ ਹੋ ਜਾਂਦੇ, ਫੇਲ ਵੀ ਹੋ ਜਾਂਦੇ ਆ। ਸੋ ਸਿੱਧੂ ਨੇ ਬਿਲਕੁਲ ਠੀਕ ਕਿਹਾ, ਵਾਕਈ ਫਰੈਂਡਲੀ ਮੈਚ ਹੈ ਜੀ। ਸੋ ਇਹ ਸੀ ਪੰਜਾਬ ਦੀ 2022 ਦੀ ਜਿਹੜਾ ਭਵਿੱਖਬਾਣੀ ਕਹਿ ਲਓ ਕਿ ਅਗਲੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ ਹੈ। ਲੋਕਾਂ ਨੂੰ ਸਿਰਫ ਅਸੀਂ ਇਹ ਪ੍ਰੋਗਰਾਮ ਦੇ ਜ਼ਰੀਏ ਇੱਕ ਜਾਗਰੂਕ ਕਰਨ ਦੀ ਜਿਹੜੀ ਹੈ ਉਹ ਲੋੜ ਹੈ, ਉਹ ਅਸੀਂ ਲੋਕਾਂ ਤੱਕ ਪੂਰੀ ਜਾਣਕਾਰੀ ਪਹੁੰਚਾ ਰਹੇ ਹਾਂ ਕਿ ਇਹਨਾਂ ਦਾ ਨਜ਼ਰੀਆ ਕੀ ਕਹਿੰਦਾ, ਇਹ ਕੀ ਸੋਚਦੇ ਨੇ ਅਗਲੇ ਸਮੇਂ ਦੇ ਵਿੱਚ, ਤੁਹਾਨੂੰ ਕੀ ਸੋਚਣਾ ਚਾਹੀਦਾ, ਕਿਸ ਤਰੀਕੇ ਦੇ ਨਾਲ 2022 ਦੇ ਵਿੱਚ ਕਿਸ ਦੀ ਸਰਕਾਰ ਬਣ ਸਕਦੀ ਹੈ, ਇਹ ਸਭ ਦਾ ਬਾਰੇ ਤੁਸੀਂ ਸੋਚਣਾ ਹੈ। ਖਬਰਾਂ ਟੋਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ।